ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਊਟਲੁੱਕ ਆਈਐਸ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਇਸ ਚੈਨਲ ਤੇ ਇੱਕ ਨਿਊ ਇਨੀਸ਼ੀਏਟਿਵ ਸਟਾਰਟ ਕੀਤਾ ਹੈ, ਦ ਟ੍ਰਿਬਿਊਨ ਡਿਸਕਸ਼ਨ ਇਨੀਸ਼ੀਏਟਿਵ। ਇਸ ਇਨੀਸ਼ੀਏਟਿਵ ਵਿੱਚ ਅਸੀਂ ਪੂਰੇ ਨਿਊਜ਼ਪੇਪਰ ਨੂੰ ਡਿਸਕਸ ਕਰਦੇ ਹਾਂ, ਉਹਦੇ ਇੰਪੋਰਟੈਂਟ ਆਰਟੀਕਲਸ। ਉਨ ਇੰਪੋਰਟੈਂਟ ਆਰਟੀਕਲਸ ਨੂੰ ਅਸੀਂ ਆਪਣੇ ਐਗਜ਼ਾਮ ਦੇ ਜਿੰਨੇ ਵੀ ਇੰਪੋਰਟੈਂਟ ਟੌਪਿਕਸ ਹੈ ਉਹਨਾਂ ਨਾਲ ਰਿਲੇਟ ਕਰਦੇ ਹਾਂ। ਪ੍ਰੀਵੀਅਸ ਈਅਰ ਨੂੰ ਇਵੈਲੂਏਟ ਕਰਕੇ ਅਸੀਂ ਇਹ ਫਾਈਂਡ ਆਊਟ ਕਰ ਲੈਂਦੇ ਹਾਂ ਕਿ ਕਿਸ ਚੀਜ਼ ਨੂੰ ਅਸੀਂ ਯਾਦ ਰੱਖਣਾ ਹੈ ਤੇ ਕਿਸ ਨੂੰ ਅਸੀਂ ਇਗਨੋਰ ਕਰਨਾ ਹੈ ਨਿਊਜ਼ਪੇਪਰ ਵਿੱਚ। ਉਸ ਸਾਰੀ ਨੌਲੇਜ ਦੇ ਬੇਸਿਸ ਤੇ ਅਸੀਂ ਆਪਣੀ ਇਹ ਸਾਰੀ ਡਿਸਕਸ਼ਨ ਰੈਗੂਲਰ ਬੇਸਿਸ ਤੇ ਕਰਦੇ ਹਾਂ। ਜੇ ਤੁਹਾਨੂੰ ਮੇਰਾ ਇਨੀਸ਼ੀਏਟਿਵ ਪਸੰਦ ਆ ਰਿਹਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀ ਇਨ ਵੀਡੀਓਜ਼ ਨੂੰ ਤੁਸੀਂ ਸ਼ੇਅਰ ਕਰੋ ਤੇ ਜੇਕਰ ਕੋਈ ਡਾਊਟ ਹੈ ਤੇ ਤੁਸੀਂ ਕਮੈਂਟ ਸੈਕਸ਼ਨ 'ਚ ਉਸ ਡਾਊਟ ਨੂੰ ਪੁੱਛ ਸਕਦੇ ਹੋ। ਮੈਂ ਇਸ ਵੀਡੀਓ ਨੂੰ ਪੰਜਾਬੀ ਵਿੱਚ ਬਣਾ ਰਹੀ ਹਾਂ ਬਿਕੋਜ਼ ਆਈ ਐਮ ਫੀਲਿੰਗ ਲਾਈਕ ਸਾਰੇ ਮੋਸਟਲੀ ਬੱਚੇ ਈਜ਼ੀਲੀ ਸਮਝ ਜਾਣਗੇ ਕਿਉਂਕਿ ਅਸੀਂ ਪੰਜਾਬ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ। ਪਰ ਜੇ ਤੁਹਾਨੂੰ ਪੰਜਾਬੀ ਤੋਂ ਕੋਈ ਦਿੱਕਤ ਆਉਂਦੀ ਹੈ, ਤੁਹਾਨੂੰ ਕੋਈ ਇਸ਼ੂ ਹੈ ਔਰ ਯੂ ਵਾਂਟ ਦਿਸ ਵੀਡੀਓਜ਼ ਇਨ ਇੰਗਲਿਸ਼ ਲੈਂਗੁਏਜ, ਤੇ ਮੈਂ ਉਹ ਵੀ ਬਣਾ ਸਕਦੀ ਹਾਂ। ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਆਪਣੀ ਨੀਡ ਦੇ ਅਕੋਰਡਿੰਗ ਦੱਸ ਦੇਣਾ। ਜੇਕਰ ਵੈਸੇ ਵੀ ਤੁਹਾਨੂੰ ਕਿਸੇ ਵੀ ਸਟੈਟਿਕ ਪਾਰਟ जैसे कि पॉलिटी हो गया, इकोनॉमिक्स हो गया, इन्वायरमेंट, जोग्राफी, किसी भी टॉपिक ते होर वीडियोज़ चाहिए ने तो तुसी चाहते हो या फिर मैं कोई पर्टिकुलर टॉपिक नू डिस्कस करा तो तुसी अपने कमेंट सैक्शन 'ਚ ਮੈਨੂੰ ਉਹ ਚੀਜ਼ ਵੀ ਦੱਸ ਸਕਦੇ ਹੋ। ਚਲੋ ਹੁਣ ਅਸੀਂ ਅੱਜ ਦੇ ਨਿਊਜ਼ਪੇਪਰ ਨੂੰ ਡਿਸਕਸ ਕਰਦੇ ਹਾਂ। ਐਜ਼ ਟੂਡੇ ਇਜ਼ ਸੰਡੇ ਤੇ ਦੇਖੋ ਨਿਊਜ਼ਪੇਪਰ ਦੀ ਫਸਟ ਹੈਡਿੰਗ ਇਹ ਹੈ, ਸਮ ਇਨ ਦਿੱਲੀ ਟਰਾਈਂਗ ਟੂ ਟੀਚ ਡੈਮੋਕ੍ਰੇਸੀ, ਪੀਐਮਸ ਡਿਗੈਟ ਰਾਹੁਲ। ਇਹ ਐਕਚੁਅਲੀ ਪੋਲੀਟੀਕਲ ਟੌਪਿਕ ਹੈ, ਸੋ ਅਸੀਂ ਇਹਨੂੰ ਇਗਨੋਰ ਕਰਾਂਗੇ। ਬਟ ਇਹਦੇ ਵਿੱਚ ਫਸਟ ਲਾਈਨ ਜੋ ਹੈ ਕਿ ਵੀ ਪ੍ਰਾਈਮ ਮਿਨਿਸਟਰ ਜੋ ਸਾਡੇ ਨਰਿੰਦਰ ਮੋਦੀ ਜੀ ਨੇ ਇਹ ਜੰਮੂ ਐਂਡ ਕਸ਼ਮੀਰ ਗਏ ਨੇ ਤੇ ਇਹਨਾਂ ਨੇ ਉੱਥੇ ਫ੍ਰੀ ਹੈਲਥ ਇੰਸ਼ੋਰੈਂਸ ਸਕੀਮ ਨੂੰ ਲਾਂਚ ਕੀਤਾ। ਅਸੀਂ ਉਸ ਫ੍ਰੀ ਹੈਲਥ ਇੰਸ਼ੋਰੈਂਸ ਸਕੀਮ ਨੂੰ ਅੱਗੇ ਸਟੱਡੀ ਕਰਾਂਗੇ। ਬਟ ਮੈਂ ਕੱਲ ਦੀ ਨਿਊਜ਼ਪੇਪਰ ਦੀ ਡਿਸਕਸ਼ਨ ਦੇ ਵਿੱਚ ਵੀ ਤੁਹਾਨੂੰ ਜੋ ਪੀਐਮ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਹੈ ਉਸ ਨੂੰ ਡਿਟੇਲ ਵਿੱਚ ਡਿਸਕਸ ਕੀਤਾ ਸੀ। ਜੇ ਤੁਹਾਨੂੰ ਉਸ ਦੀ ਸਮਝਣਾ ਹੈ, ਉਸ 'ਚ ਕੋਈ ਡਾਊਟ ਹੈ ਤੇ ਤੁਸੀਂ ਕੱਲ ਦੀ ਵੀਡੀਓ ਨੂੰ ਸੁਣ ਸਕਦੇ ਹੋ। ਚਲੋ ਲੈਟਸ ਮੂਵ ਫਾਰਵਰਡ। ਇਸ ਆਰਟੀਕਲ ਤੇ ਜੇ ਅਸੀਂ ਧਿਆਨ ਦਈਏ ਤੇ ਇਟਸ ਆਲ ਅਬਾਊਟ ਜੋ ਫਾਰਮਰਸ ਦਾ ਐਜੀਟੇਸ਼ਨ ਚੱਲ ਰਿਹਾ ਦਿੱਲੀ ਬਾਰਡਰਸ ਤੇ ਉਸ ਦੀ ਗੱਲ ਹੈ। ਬਟ ਇਹਦੇ ਵਿੱਚ ਅਸੀਂ ਜੋ ਕੀ ਪੁਆਇੰਟਸ ਅੱਜ ਦੇਖਣੇ ਹੈ, ਥੀਸ ਆਰ ਆਲ ਜੋ ਫਾਰਮਰਸ ਡਿਮਾਂਡ ਕਰ ਰਹੇ ਨੇ। ਕੱਲ ਦੀ ਵੀਡੀਓ ਦੇ ਵਿੱਚ ਅਸੀਂ ਫਾਰਮਸ ਲਾਜ਼ ਤੇ ਡਿਸਕਸ ਕੀਤਾ ਸੀ ਕਿ ਕਿਹੜੇ ਉਹ 3 ਲਾਜ਼ ਨੇ ਜਿਨ੍ਹਾਂ ਬਾਰੇ ਫਾਰਮਰਸ ਜਿਨ੍ਹਾਂ ਨੂੰ ਉਹ ਰਿਪੀਲ ਕਰਨ ਲਈ ਬੋਲ ਰਹੇ ਨੇ। ਉਹ ਫਾਰਮਸ ਲਾਜ਼ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੀਆਂ ਪ੍ਰੋਵੀਜ਼ਨਸ ਦਾ ਵੀ ਪਤਾ ਹੋਣਾ ਚਾਹੀਦਾ। ਉਹ ਸਭ ਕੁਝ ਮੈਂ ਤੁਹਾਨੂੰ ਕੱਲ ਦੀ ਵੀਡੀਓਜ਼ 'ਚ ਡਿਟੇਲ ਨਾਲ ਸਮਝਾਇਆ ਸੀ, ਤੁਸੀਂ ਉਹ ਚੀਜ਼ ਨੂੰ ਜਾ ਕੇ ਉਸ ਵੀਡੀਓ ਨੂੰ ਸੁਣ ਸਕਦੇ ਹੋ। ਚਲੋ ਇਸ ਆਰਟੀਕਲ ਦੇ ਵਿੱਚ ਜੋ ਤੁਸੀਂ ਪੁਆਇੰਟਸ ਯਾਦ ਕਰਨੇ ਨੇ ਕਿ ਜੋ ਮੋਰਚਾ ਹੈ ਜੋ ਡਿਫਰੈਂਟ ਦਿੱਲੀ ਦੇ ਬਾਰਡਰਸ ਦੇ ਵਿੱਚ ਐਜੀਟੇਸ਼ਨ ਕਰ ਰਿਹਾ ਹੈ, ਉਹਨਾਂ ਦੀਆਂ ਡਿਮਾਂਡਸ ਕੀ ਹੈ। ਪਹਿਲੀ ਡਿਮਾਂਡ ਤੇ ਸਾਨੂੰ ਪਤਾ ਹੀ ਹੈ ਕਿ ਉਹ 3 ਫਾਰਮ ਲਾਜ਼ ਨੂੰ ਰਿਪੀਲ ਕਰਨ ਲਈ ਕਹਿ ਰਹੇ ਨੇ। ਉਸ ਤੋਂ ਬਾਅਦ ਉਹ ਇੱਕ ਇਹੋ ਜਿਹਾ ਮਕੈਨਿਜ਼ਮ ਬਣਾਉਣ ਲਈ ਕਹਿ ਰਹੇ ਨੇ ਜੋ ਐਮਐਸਪੀ ਦੀ ਗਰੰਟੀ ਦੇ ਸਕੇ। ਜਾਂ ਤਾਂ ਉਹ ਇੱਕ ਲਾਅ ਦੇ ਰੂਪ ਵਿੱਚ ਹੋ ਸਕਦਾ ਹੈ ਜਾਂ ਫਿਰ ਕਿਸੇ ਹੋਰ ਤਰੀਕੇ ਦੀ ਫਰੇਮਿੰਗ ਹੋ ਸਕਦੀ ਹੈ। ਫਾਰਮਰਸ ਦੀ ਵਨ ਆਫ ਦ ਡਿਮਾਂਡ ਇਹ ਵੀ ਹੈ। ਥਰਡ ਉਹਨਾਂ ਦੀ ਡਿਮਾਂਡ ਹੈ ਕਿ ਤੁਹਾਨੂੰ ਪਤਾ ਹੈ ਕਿ ਫਾਰਮਰਸ ਜੋ ਆਪਣੀ ਫਸਲ ਦਾ ਬਚਿਆ ਹੋਇਆ ਪਾਰਟ ਉਸ ਨੂੰ ਅੱਗ ਲਗਾ ਦਿੰਦੇ ਨੇ ਐਂਡ ਦੇ ਵਿੱਚ, ਤੇ ਉਸ ਨੂੰ ਵਨ ਆਫ ਦ ਰੀਜ਼ਨ ਮੰਨਿਆ ਜਾਂਦਾ ਹੈ ਕਿ ਦਿੱਲੀ ਵਿੱਚ ਪੋਲਿਊਸ਼ਨ ਹੁੰਦਾ। ਠੀਕ ਹੈ, ਉਸ ਦੇ ਉੱਤੇ ਗਵਰਨਮੈਂਟ ਨੇ ਬਹੁਤ ਵੱਡਾ ਫਾਈਨ ਲਗਾਇਆ ਹੈ ਅਰਾਊਂਡ 1 ਕਰੋੜ। ਤੇ ਉਸ ਦੇ ਰਿਕਾਰਡਿੰਗ ਵੀ ਫਾਰਮਰਸ ਨੇ ਕਿਹਾ ਹੈ ਕਿ ਕਮਿਸ਼ਨ ਫॉर द ਏਅਰ ਕੁਆਲਿਟੀ ਮੈਨੇਜਮੈਂਟ ਇਨ ਦ ਨੈਸ਼ਨਲ ਕੈਪੀਟਲ ਰੀਜਨ ਜੋ ਉੱਚ ਅਮੈਂਡਮੈਂਟ ਦੀ ਡਿਮਾਂਡ ਕੀਤੀ ਹੈ। ਤੇ ਨਾਲ ਦੀ ਨਾਲ ਫਾਰਮਰਸ ਨੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਟੂ ਸੇਫਗਾਰਡ ਦ ਇੰਟਰਸਟ ਆਫ ਦ ਫਾਰਮਰਸ ਦੀ ਵੀ ਡਿਮਾਂਡ ਕੀਤੀ ਹੈ। ਇਹ 4 ਡਿਮਾਂਡਸ ਜੋ ਫਾਰਮਰਸ ਹੁਣ ਕਰ ਰਹੇ ਨੇ, ਕਿਉਂਕਿ ਹੁਣ ਗਵਰਨਮੈਂਟ ਨੇ ਫਾਰਮਰਸ ਦੇ ਨਾਲ December 2029 ਨੂੰ ਟਾਕਸ ਕਰਨ ਦੀ ਪਲੈਨਿੰਗ ਕੀਤੀ ਹੈ ਤੇ ਉਸ ਟਾਕ ਦੇ ਵਿੱਚ ਫਾਰਮਰਸ ਵਿਲ ਡਿਮਾਂਡ ਥੀਸ 4 ਇਸ਼ੂਜ਼। ਓਕੇ, ਸੋ ਇਹ ਚੀਜ਼ ਤਾਂ ਤੁਹਾਨੂੰ ਥੋੜਾ ਬਹੁਤਾ ਪਤਾ ਹੋਣਾ ਚਾਹੀਦਾ ਹੈ। ਨਾਲ ਦੀ ਨਾਲ ਜੋ ਬਹੁਤ ਦੁਖਦਾਈ ਖਬਰ ਹੈ ਕਿ ਹੁਣ ਤੱਕ ਅਰਾਊਂਡ 50 ਫਾਰਮਰਸ ਦੀ ਡੈਥ ਹੋ ਚੁੱਕੀ ਹੈ ਇਸ ਐਜੀਟੇਸ਼ਨ ਦੇ ਵਿੱਚ। ਤੇ ਪ੍ਰਧਾਨ ਮੰਤਰੀ ਕਿਸਾਨ ਸਕੀਮ, ਪਰ ਜਿਵੇਂ ਕਿ ਸਾਰੇ ਕੁਝ ਜੋ ਮਤਲਬ ਪ੍ਰੋ ਸੈਂਟਰ ਦੀ ਗੱਲ ਕਰਦੇ ਨੇ ਤਾਂ ਆਪਣੀ ਗੱਲ ਵਿੱਚ ਇਹ ਦੱਸਦੇ ਨੇ ਕਿ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਕਿਸਾਨ ਸਕੀਮ ਨੂੰ ਸਟਾਰਟ ਕਰਕੇ ਫਾਰਮਰਸ ਦੀ ਆਪਣੇ ਐਂਡ ਤੇ ਕਾਫੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਸੀ ਕਿ ਅਸੀਂ ਫਾਰਮਰਸ ਨੂੰ
ਅਮੀਰ ਬਣਾਉਣਾ ਹੈ ਫਾਰਮਰਸ ਦੀ ਕਾਫੀ ਪ੍ਰੋ ਫਾਰਮਰ ਗਵਰਨਮੈਂਟ ਹੈ ਇਹ ਚੀਜ਼ ਕਲੇਮ ਕਰ ਰਹੀ ਸੀ ਇਸ ਸਕੀਮ ਦੇ ਰਾਹੀਂ। ਹੁਣ ਦੇਖੋ ਨਿਊਜ਼ ਵਿੱਚ ਇਹ ਸਕੀਮ ਆਈ ਹੈ ਤੇ ਸਾਨੂੰ ਇਸ ਸਕੀਮ ਦੇ ਬਾਰੇ ਪਤਾ ਹੋਣਾ ਚਾਹੀਦਾ। ਤੇ ਹੁਣ ਮੈਂ ਤੁਹਾਨੂੰ ਇਸ ਸਕੀਮ ਦਾ ਥੋੜੀ ਜਿਹੀ ਡਿਟੇਲ ਡਿਸਕਸ ਕਰ ਦਿੰਨੀ ਆ। ਥੀਸ ਆਰ ਮਾਈ ਕੀ ਨੋਟਸ ਐਕਚੁਅਲੀ। ਸੋ ਤੁਹਾਨੂੰ ਹੁਣ ਕੀ ਪਤਾ ਹੋਣਾ ਚਾਹੀਦਾ ਇਸ ਸਕੀਮ ਬਾਰੇ ਕਿ ਪ੍ਰਧਾਨ ਮੰਤਰੀ ਕਿਸਾਨ ਸਕੀਮ ਜੋ ਹੈ 2019 ਵਿੱਚ ਆਈ ਸੀ। ਇਸ ਨੂੰ ਲਾਂਚ ਗੋਰਖਪੁਰ ਯੂਪੀ ਵਿੱਚ ਕੀਤਾ ਗਿਆ ਸੀ। ਇਸ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਨ ਨਿਧੀ ਸਕੀਮ ਵੀ ਬੋਲਿਆ ਜਾਂਦਾ ਹੈ। ਜੇ ਮੇਨ ਪੁਆਇੰਟ ਜੋ ਤੁਸੀਂ ਯਾਦ ਰੱਖਣਾ ਹੈ ਕਿ ਇਹ ਸੈਂਟਰਲ ਸੈਕਟਰ ਸਕੀਮ ਹੈ ਤੇ ਇਹ ਜੋ ਸੀ ਮੋਟੀਵੇਟ ਹੋਈ ਸੀ ਤੇਲੰਗਾਨਾ ਦੀ ਇੱਕ ਸਕੀਮ ਰਿਥੂ ਬੰਧੂ ਸਕੀਮ ਦੇ ਵਿੱਚ। ਐਕਚੁਅਲੀ ਉੜੀਸਾ ਦੀ ਵੀ ਇੱਕ ਸਕੀਮ ਹੈ। ਕਈ ਸਾਰੀ ਸਟੇਟਸ ਨੇ ਆਪਣੇ ਐਂਡ ਤੇ ਫਾਰਮਰਸ ਨੂੰ ਹੈਲਪ ਕਰਨ ਲਈ ਕਾਫੀ ਸਾਰੀਆਂ ਸਕੀਮਸ ਚਲਾਈਆਂ ਸੀ। ਇੰਸ਼ੋਰੈਂਸ ਸਕੀਮਸ ਵੀ ਚਲਾਈਆਂ ਸੀ। ਡਾਇਰੈਕਟ ਇਨੀਸ਼ੀਏਟਿਵਸ ਮਨੀ ਇਨੀਸ਼ੀਏਟਿਵ ਔਰ ਫਾਈਨੈਂਸ਼ੀਅਲ ਇਨੀਸ਼ੀਏਟਿਵ ਸਕੀਮਸ ਵੀ ਚਲਾਈਆਂ ਸੀ। ਉਹ ਸਟੇਟਸ ਦੀਆਂ ਸਕੀਮਸ ਵੀ ਤੁਸੀਂ ਦੇਖ ਲੈਣੀਆਂ। ਇਹ ਜੋ ਪ੍ਰਧਾਨ ਮੰਤਰੀ ਕਿਸਾਨ ਸਕੀਮ ਹੈ ਸਮਾਲ ਤੇ ਮਾਰਜਨਲ ਫਾਰਮਰਸ ਲਈ ਹੈ ਤੇ ਇਸ ਦੇ ਅੰਦਰ 6000 ਰੁਪਏ ਫਾਰਮਰਸ ਨੂੰ ਮਿਲਦਾ ਹੈ 3 ਇੰਸਟਾਲਮੈਂਟਸ ਦੇ ਵਿੱਚ। ਠੀਕ ਹੈ, ਤੇ ਇਹ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਦੇ ਅੰਡਰ ਆਉਂਦੀ ਹੈ। ਜੇਕਰ ਅਸੀਂ ਪ੍ਰਧਾਨ ਮੰਤਰੀ ਕਿਸਾਨ ਸਕੀਮ ਦੀ ਗੱਲ ਕਰ ਰਹੇ ਹਾਂ ਤੇ ਨਾਲ ਦੀ ਨਾਲ ਸਾਨੂੰ ਕਿਸਾਨ ਸੰਪਦਾ ਯੋਜਨਾ ਦਾ ਵੀ ਪਤਾ ਹੋਣਾ ਚਾਹੀਦਾ ਹੈ ਜੋ 2019 ਚ ਹੀ ਆਈ ਸੀ ਤੇ ਇਹ ਵੀ ਸੈਂਟਰਲ ਸੈਕਟਰ ਸਕੀਮ ਹੈ। ਇਟ ਕਮਸ ਅੰਡਰ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ। ਇਹ ਫੂਡ ਪ੍ਰੋਸੈਸਿੰਗ ਦੀ ਗੱਲ ਕਰਦੀ ਹੈ ਬਿਕੋਜ਼ ਇਸ ਦੇ ਵਿੱਚ ਮੇਨਲੀ ਜੋ ਕਿਸਾਨ ਨੇ ਆਪਣੇ ਜੋ ਬਾਈ ਪ੍ਰੋਡਕਟਸ ਬਣਾ ਲਿਆ ਹੈ ਉਸ ਨੂੰ ਬਾਅਦ ਵਿੱਚੋਂ ਉਹਦੀ ਪ੍ਰੋਸੈਸਿੰਗ ਕਿਵੇਂ ਕਰਨੀ ਹੈ ਉਸ ਪੈਰਾਮੀਟਰ ਦੇ ਪੁਆਇੰਟ ਤੇ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਹੈ। ਇਹ ਐਕਚੁਅਲੀ ਮਾਡਰਨ ਇਨਫਰਾਸਟ੍ਰਕਚਰ ਤੇ ਸਪਲਾਈ ਚੇਨ ਮੈਨੇਜਮੈਂਟ ਦੀ ਗੱਲ ਕਰਦੀ ਹੈ ਤੇ ਇਸ ਦੇ ਅੰਡਰ ਅਰਾਊਂਡ 48 ਮੇਗਾ ਫੂਡ ਪਾਰਕਸ ਜੋ ਹੈ ਉਹ ਇਸਟੈਬਲਿਸ਼ ਕੀਤੇ ਗਏ ਆ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਡਰ ਕਿੱਥੇ ਕਿੱਥੇ ਮੇਗਾ ਫੂਡ ਪਾਰਕਸ ਹੈ ਤੇ ਕਿਸ ਟਾਈਮ ਤੇ ਲਾਂਚ ਕੀਤਾ ਗਿਆ ਸੀ। ਇਹ ਥੋੜਾ ਜਿਹਾ ਇਸ ਲਈ ਵੀ ਇੰਪੋਰਟੈਂਟ ਹੋ ਜਾਂਦਾ ਹੈ ਬਿਕੋਜ਼ ਫਾਰਮਰਸ ਦੀ ਐਜੀਟੇਸ਼ਨ ਦੇ ਕਾਰਨ ਜੋ ਸਾਡੀ ਫੂਡ ਪ੍ਰੋਸੈਸਿੰਗ ਮਿਨਿਸਟਰ ਸੀ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀ ਬਿਕੋਜ਼ ਦੇ ਵਰ ਸਪੋਰਟਿੰਗ ਦ ਫਾਰਮਰਸ ਐਜੀਟੇਸ਼ਨ। ਸੈਂਟਰ ਦੀ ਜੋ ਮਿਨਿਸਟਰ ਸੀ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀ। ਉਹ ਪੰਜਾਬ ਦੇ ਐਕਚੁਅਲੀ ਐਮਪੀ ਨੇ। ਤੁਸੀਂ ਉਹਨਾਂ ਦਾ ਨਾਮ ਕਮੈਂਟ ਸੈਕਸ਼ਨ 'ਚ ਦੱਸਿਓ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ। ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ ਕੋ ਰਿਲੇਟ ਕਰੋ। ਦੇਖੋ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਕਿ ਆਰਟੀਕਲ ਕੁਝ ਹੋਰ ਹੈ ਪਰ ਅਸੀਂ ਇੱਕ ਛੋਟੀ ਜਿਹੀ ਸਕੀਮ ਦੇ ਨਾਮ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਕੀਮ ਕੀ ਹੈ ਕਿਉਂਕਿ ਇਹ ਨਿਊਜ਼ 'ਚ ਹੈ। ਉਸ ਦੇ ਨਾਲ ਰਿਲੇਟਡ ਕੋ ਰਿਲੇਟਡ ਸਕੀਮ ਨੂੰ ਵੀ ਅਸੀਂ ਸਟੱਡੀ ਕਰਨਾ ਹੈ ਬਿਕੋਜ਼ ਕਦੀ ਕਦੀ ਕੁਐਸਚਨ ਡਾਇਰੈਕਟ ਆ ਜਾਂਦੇ ਹਨ। ਵੀ ਕਾਂਟ ਮਿਸ ਐਨੀਥਿੰਗ। ਓਕੇ ਫਰੈਂਡਸ, ਸੋ ਲੈਟਸ ਮੂਵ ਫਾਰਵਰਡ। The next article is UK working on instant antibody drugs. चलो ये चीज ते this is actually it will come again and again in news because it's work in process. But ਅਸੀਂ ਹੁਣ ਇਸ ਕਰਕੇ ਸਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਐਂਟੀਬਾਡੀ ਡਰੱਗਸ ਜੋ ਹੈ ਤੁਹਾਨੂੰ ਪਤਾ ਹੋਏਗਾ ਕਿੰਨੇ ਸਾਲਾਂ ਤੋਂ ਐਂਟੀਬਾਇਓਟਿਕ ਰੈਜ਼ਿਸਟੈਂਸ ਦੀ ਗੱਲ ਹੁੰਦੀ ਹੈ ਤੇ ਅਸੀਂ ਧਿਆਨ ਦਈਏ ਤੇ ਐਂਟੀਬਾਡੀ ਰੈਜ਼ਿਸਟੈਂਸ ਕੀ ਹੁੰਦਾ ਹੈ। ਇਹ ਸਾਡੇ ਸਾਇੰਸ ਦਾ ਟੌਪਿਕ ਹੈ, ਸਾਇੰਸ ਐਂਡ ਟੈਕਨੋਲੋਜੀ ਦਾ ਟੌਪਿਕ ਹੋ ਜਾਂਦਾ ਹੈ। ਤੇ ਐਂਟੀ ਮਾਈਕਰੋਬੀਅਲ ਰੈਜ਼ਿਸਟੈਂਸ ਇੱਕ ਟਰਮ ਬਹੁਤ ਕਾਮਨਲੀ ਨਿਊਜ਼ 'ਚ ਸਾਨੂੰ ਦਿਖਦੀ ਹੈ। ਇਸ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਮਾਈਕਰੋ ਆਰਗੇਨਿਜ਼ਮਸ ਹੈ ਜੋ ਵਾਇਰਸ ਬੈਕਟੀਰੀਆ ਐਂਡ ਆਲ ਇਹ ਕਿਵੇਂ ਰੈਜ਼ਿਸਟ ਕਰ ਲੈਂਦੇ ਹੈ ਔਰ ਇਹ ਇਮਿਊਨ ਹੋ ਜਾਂਦੇ ਆ ਸਾਡੇ ਡਰੱਗਸ ਤੋਂ। ਰੈਜ਼ਿਸਟੈਂਸ ਹੋ ਜਾਂਦੀ ਹੈ ਉਹਨਾਂ ਨੂੰ, ਸਾਡੀ ਦਵਾਈ ਦਾ ਕੋਈ ਫਰਕ ਨਹੀਂ ਪੈਂਦਾ ਤੇ ਉਹ ਕੀ ਬਣ ਜਾਂਦੇ ਨੇ ਫਿਰ ਸੁਪਰ ਬਗ ਬਣ ਜਾਂਦੇ ਆ। ਇੱਕ ਵਾਰ ਡਾਇਰੈਕਟ ਕੁਐਸਚਨ ਆਇਆ ਸੀ ਕਿ ਸੁਪਰ ਬਗ ਜੋ ਟਰਮ ਹੈ ਉਹ ਕਿਸ ਚੀਜ਼ ਨਾਲ ਰਿਲੇਟਿਡ ਹੈ। ਠੀਕ ਹੈ, ਤੇ ਫਿਰ ਇਵੇਂ ਤੁਹਾਨੂੰ ਪਤਾ ਹੋਏਗਾ ਤੇ ਯੂ ਕੈਨ ਈਜ਼ੀਲੀ ਫਾਈਂਡ ਦਾ ਆਂਸਰ। ਕਿਸੇ ਵੀ ਡਿਜ਼ੀਜ਼ ਜਿਵੇਂ ਕਿ TB ਕੋਲਰਾ ਲਈ ਅਸੀਂ ਕੋਈ ਵੀ ਜਿਵੇਂ ਐਂਟੀਬਾਡੀ ਲੈਂਦੇ ਹਾਂ ਤੇ ਐਂਟੀਬਾਡੀ ਨੂੰ ਅਸੀਂ ਇੰਨਾ ਐਕਸੈਸ 'ਚ ਖਾ ਲੈਂਦੇ ਹਾਂ ਜਾਂ ਫਿਰ ਜੋ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਜਿੰਨੀ ਡਿਊਰੇਸ਼ਨ ਲਈ ਸਾਨੂੰ ਖਾਣੀ ਚਾਹੀਦੀ ਹੈ ਅਸੀਂ ਨਹੀਂ ਖਾਂਦੇ ਤੇ ਉਸਦਾ ਇੱਕ ਨੈਗੇਟਿਵ ਇੰਪੈਕਟ ਹੋ ਜਾਂਦਾ ਹੈ। ਕੀ ਹੋ ਜਾਂਦਾ ਹੈ ਵਿਦ ਦ ਪੈਸੇਜ ਆਫ ਟਾਈਮ ਐਂਟੀ ਮਾਈਕਰੋਬਲ ਰੈਜ਼ਿਸਟੈਂਸ ਦਾ ਇਸ਼ੂ ਸਾਡੀ ਬੋਡੀ 'ਚ ਆ ਜਾਂਦਾ ਹੈ ਵਿਚ ਇਜ਼ ਅ ਵੈਰੀ ਮੇਜਰ ਇਸ਼ੂ ਐਂਡ ਐਕਚੁਅਲੀ ਇੰਡੀਆ ਇਜ਼ ਵਨ ਆਫ ਅ ਸਫਰਰ। ਇੰਡੀਆ 'ਚ ਇੱਕ ਬਹੁਤ ਵੱਡਾ ਮੇਜਰ ਇਸ਼ੂ ਬਣਿਆ ਹੋਇਆ ਹੈ ਰਾਈਟ ਨਾਓ, ਵਰਲਡ 'ਚ ਬਣਿਆ ਹੈ ਐਕਚੁਅਲੀ, ਪਰ ਇੰਡੀਆ ਇਜ਼ ਆਲਸੋ ਵਨ ਆਫ them suffering. ਸੋ ਅਗਲੀ ਨਿਊਜ਼ ਹੈ ਕਟਰਾ ਦਿੱਲੀ ਐਕਸਪ੍ਰੈਸ ਦੀ। ਇਸ ਨਿਊਜ਼ ਦੇ ਵਿੱਚ ਤੇ ਫਾਰਮਰਸ ਨੇ, ਪੰਜਾਬ ਫਾਰਮਰਸ ਨੇ ਬੋਲਿਆ ਕਿ ਅਸੀਂ ਜਿਵੇਂ ਲੈਂਡ ਐਕੁਜੀਸ਼ਨ ਚਾਹੀਦੀ ਹੋਏਗੀ ਜੇਕਰ ਅਸੀਂ ਐਕਸਪ੍ਰੈਸਵੇ ਬਣਾਉਣਾ ਹੈ ਤੇ ਸੈਂਟਰ ਨੂੰ ਅਸੀਂ ਉਹ ਲੈਂਡ ਨਹੀਂ ਦੇਵਾਂਗੇ ਬਿਕੋਜ਼ ਸੈਂਟਰ ਸਾਡੀਆਂ ਮੰਗਾਂ ਨੂੰ ਨਹੀਂ ਸੁਣ ਰਹੀ ਤੇ ਅਸੀਂ ਸੈਂਟਰ ਦੀ ਇਸ ਚੀਜ਼ ਵਿੱਚ ਕੁਝ ਸਪੋਰਟ ਨਹੀਂ ਕਰਾਂਗੇ। ਨਿਊਜ਼ ਤਾਂ ਇਹ ਹੈ ਬਟ ਸਾਨੂੰ ਹੁਣ ਕੀ ਪਤਾ ਹੋਣਾ ਚਾਹੀਦਾ ਹੈ ਕਿ ਕਟਰਾ ਦਿੱਲੀ ਐਕਸਪ੍ਰੈਸ ਜੋ ਹੈ
ਉਹ ਕਿਸ ਕਿਸ ਸਟੇਟਸ ਨੂੰ ਕਵਰ ਕਰਦਾ ਹੈ। ਇਹ ਐਕਸਪ੍ਰੈਸ ਦਾ ਹੋਰ ਕੀ ਐਕਸਪ੍ਰੈਸਵੇ ਦਾ ਹੋਰ ਕੀ ਨਾਮ ਹੈ, ਜਿਵੇਂ NE5 ਐਂਡ NE5A ਇਜ਼ another name of it, is 687 किलोमीटर लॉन्ग है और इन्हें कंप्लीट होना है 2023 ਚ। ਜਿਹੜੇ ਤੁਸੀਂ ਇਸ ਤਰੀਕੇ ਦੇ ਨੈਸ਼ਨਲ ਹਾਈਵੇਜ਼ ਨੂੰ ਕਵਰ ਕਰ ਰਹੇ ਹੋ ਤਾਂ ਤੁਹਾਨੂੰ ਬਾਕੀ ਵੀ ਪੰਜਾਬ 'ਚ ਜਿੰਨੇ ਵੀ ਨੈਸ਼ਨਲ ਹਾਈਵੇਜ਼ ਹੈ ਉਹਨਾਂ ਦਾ ਥੋੜਾ ਬਹੁਤਾ ਆਈਡੀਆ ਹੋਣਾ ਚਾਹੀਦਾ। ਜਿਵੇਂ ਨੈਸ਼ਨਲ ਹਾਈਵੇ 44 ਇਜ਼ ਵੈਰੀ ਇੰਪੋਰਟੈਂਟ ਐਟ ਦਿੱਲੀ ਜੈਪੁਰ ਨੂੰ ਕਨੈਕਟ ਕਰਦਾ। ਜੇਕਰ ਅਸੀਂ ਕਟਰਾ ਦਿੱਲੀ ਐਕਸਪ੍ਰੈਸਵੇ ਦੀ ਗੱਲ ਕਰੀਏ ਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਸਟੇਟਸ ਨੂੰ ਕਵਰ ਕਰਦਾ, ਜਿਵੇਂ ਪੰਜਾਬ, ਹਰਿਆਣਾ, ਜੰਮੂ ਐਂਡ ਕਸ਼ਮੀਰ। ਥੀਜ਼ ਆਰ ਦ 3 states ਐਂਡ ਦਿੱਲੀ ਆਫ ਕੋਰਸ, ਬਟ ਇਟ ਇਜ਼ ਅ UT ਕਿ ਵੀ ਇਹਨਾਂ ਨੂੰ ਪਾਸ ਕਰਦਾ ਕਵਰ, ਮਤਲਬ ਪਾਸ ਕਰਦੇ ਹੋਏ ਇਟ ਵਿਲ ਬੀ ਕੰਸਟਰਕਟਿਡ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਆਪ ਸਟੱਡੀ ਆਪਣੇ ਐਂਡ ਤੇ ਰਿਸਰਚ ਕਰਕੇ ਕੀ ਨੋਟਸ ਬਣਾ ਲੈਣੇ ਨੇ। ਮੈਂ ਆਪਣੇ ਕੀ ਨੋਟਸ ਵੀ ਥੋੜੇ ਟਾਈਮ ਬਾਅਦ ਆਪਣੇ ਚੈਨਲ ਦੀ ਡਿਸਕ੍ਰਿਪਸ਼ਨ 'ਚ ਅਪਲੋਡ ਕਰਦਾ ਕਰਾਂਗੀ। ਅਜੇ ਮੈਂ ਤੁਹਾਨੂੰ ਸਿਰਫ ਇੱਕ ਆਈਡੀਆ ਦੇ ਰਹੀ ਹਾਂ ਕਿ ਹਾਊ ਯੂ ਸ਼ੁਡ ਆਲਸੋ ਮੇਕ ਦੈਮ। ਸੋ ਜੋ ਬਹੁਤ ਇੰਪੋਰਟੈਂਟ ਨਿਊਜ਼ ਹੈ ਇਹ ਇਕੋਨਮੀ, ਸਾਡੇ ਇਕੋਨਮੀ ਦੇ ਟੌਪਿਕ ਤੋਂ ਆ ਜਾਂਦੀ ਹੈ। ਇੰਡੀਆ ਵਿਲ ਬੀ ਦ 5th ਲਾਰਜੈਸਟ ਇਕੋਨਮੀ ਇਨ 2025। ਐਕਚੁਅਲੀ ਇੰਡੀਆ ਨੇ ਕੁਝ ਪਿਛਲੇ ਸਾਲ UK ਨੂੰ ਰਿਪਲੇਸ ਕਰਕੇ 5th ਲਾਰਜੈਸਟ ਇਕੋਨਮੀ ਬਣ ਗਿਆ ਸੀ, ਬਟ ਹੁਣ ਜਿਵੇਂ ਕਿ ਇਕੋਨਮੀ 'ਚ ਬਹੁਤ ਡਾਊਨਫਾਲ ਆਇਆ ਬਿਕੋਜ਼ ਆਫ ਕੋਵਿਡ ਐਂਡ ਅਦਰ ਇਸ਼ੂ, ਸਾਡੀ ਇਕੋਨਮੀ ਦਾ ਬਹੁਤ ਮਤਲਬ रिसेशन मोड च गई सी। बट हुन नाउ द सिचुएशन इज क्वाइट बेटर। बट इंडिया 6th बिगेस्ट इकोनॉमी बन गई 2020 विच। एक्चुअली एक स्टेप पिछे आ गई, इट वॉज एक्चुअली 5th अर्लियर बट हुन 6th हो गई है। बट हुन एक स्टडी ने जो कि CEBR ਦੀ स्टडी है जिन्होंने सेंटर ऑफ फॉर इकोनॉमिक एंड बिजनेस रिसर्च भी बोलते हाँ, इस दी स्टडी ने बोलिया है कि इंडिया बाय 2025 फिर तो 5th लार्जेस्ट इकोनॉमी के रूप च ਅੱਗੇ ਆਏਗੀ। ਹੁਣ ਜੇਕਰ ਅਸੀਂ ਇਸ ਤਰੀਕੇ ਦੇ ਟੌਪਿਕ ਨੂੰ ਸਟੱਡੀ ਕੀਤਾ ਹੈ ਤਾਂ ਵੀ ਸ਼ੁੱਡ ਬੀ ਵੈਰੀ ਮਚ ਕਲੀਅਰ ਕਿ ਵੈਸੇ ਹੋਰ ਟੌਪ 5 ਇਕੋਨਮੀਜ਼ ਕਿਹੜੀਆਂ ਹੈ ਤਾਂ ਟੌਪ 'ਚ USA ਆਂਦਾ ਹੈ, ਫਿਰ ਚਾਈਨਾ ਆਂਦਾ ਹੈ, ਫਿਰ ਜਾਪਾਨ, ਫਿਰ ਜਰਮਨੀ, ਫਿਰ UK ਐਂਡ ਦੈਨ ਇੰਡੀਆ। ਸੋ ਇੰਡੀਆ ਨੇ UK ਨੂੰ ਰਿਪਲੇਸ ਕਰ ਲੈਣਾ ਹੈ ਇਨ 2025। ਓਕੇ ਫਰੈਂਡਸ, ਸੋ ਇਸ ਤਰੀਕੇ ਦੀਆਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਸਾਨੂੰ ਰੱਖਣਾ ਚਾਹੀਦਾ ਡੇਲੀ ਬੇਸਿਸ ਤੇ, ਕਿਉਂਕਿ ਐਂਡ ਦੇ ਵਿੱਚ ਸਾਨੂੰ ਡਿਫਿਕਲਟੀ ਨਾ ਆਏ। ਸੋ ਜੇਕਰ ਅਸੀਂ ਨੈਕਸਟ ਪੇਜ ਤੇ ਜਾਈਏ ਤੇ ਸਾਰੇ ਇਸ਼ੂਜ਼ ਮੋਸਟਲੀ ਫਾਰਮ ਐਜੀਟੇਸ਼ਨ ਉੱਤੇ ਹੀ ਹੈ। ਇਸ ਦਾ ਸਾਡੇ ਮਤਲਬ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੋਈ ਟੌਪਿਕ ਨਹੀਂ ਮਿਲਿਆ। ਇਧਰ ਵੀ ਕੁਝ ਐਸ ਸੱਚ ਇੰਪੋਰਟੈਂਟ ਨਹੀਂ ਹੈ ਪੇਜ ਨੰਬਰ 3 ਤੇ। ਹੁਣ ਅਸੀਂ ਪੇਜ ਨੰਬਰ 4 ਨੂੰ ਦੇਖੀਏ, ਇੱਥੇ ਹਰਿਆਣਾ ਦਾ ਟੌਪਿਕ ਕਵਰ ਹੁੰਦਾ ਹੈ ਤੇ ਇਸ ਵਿੱਚ ਵੀ ਐਸ ਸੱਚ ਕੁਛ ਇੰਪੋਰਟੈਂਟ ਨਹੀਂ ਹੈ। ਬਸ ਇੱਕੋ ਨਿਊਜ਼ ਸੀ ਕਿ ਦਿੱਲੀ ਜੈਪੁਰ ਜੋ ਹਾਈਵੇ ਹੈ ਉਸਨੂੰ ਫਾਰਮਰਸ ਨੇ ਬਲੌਕ ਕਰਨਾ ਹੈ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਦਿਸ ਇਜ਼ NH44। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੇਖੋ ਹੁਣ ਜਿਵੇਂ ਐਜੀਟੇਸ਼ਨ ਵੀ ਚੱਲ ਰਿਹਾ ਹੈ, ਤੁਸੀਂ ਦਿੱਲੀ ਦੇ ਆਸੇ-ਪਾਸੇ ਜਿੰਨੇ ਵੀ ਬਾਰਡਰਸ ਦੀ ਜਿਵੇਂ ਗੱਲ ਕਰਦੇ ਆ, ਸਿੰਧੂ ਬਾਰਡਰ ਦੀ ਗੱਲ ਕਰਦੇ ਆ, ਤਿਕਰੀ ਬਾਰਡਰ ਦੀ ਗੱਲ ਕਰਦੇ ਆ, ਉਹ ਬਾਰਡਰ ਕਿਸ ਸਟੇਟ ਦੇ ਸਾਈਡ ਤੇ ਹੈ, ਯੂ ਸ਼ੁੱਡ ਬੀ ਅਵੇਅਰ ਆਫ ਸੱਚ ਫੈਕਟਸ ਐਂਡ ਨਿਊਜ਼। ਸੋ ਲੈਟਸ ਮੂਵ ਫਾਰਵਰਡ। ਜਿਵੇਂ ਅਸੀਂ ਹੁਣ ਹਿਮਾਚਲ ਪ੍ਰਦੇਸ਼ ਦੇ ਕਾਲਮ ਤੇ ਵੀ ਗੈਟ ਦਿਸ ਨਿਊਜ਼, ਬਰਮਾਨਾ ਬਿਕਮਸ ਅ ਨਿਊ ਚਿੱਟਾ ਹੌਟ ਸਪॉट। ठीक है, दिस इज अ प्लेस इन हिमाचल प्रदेश। ठीक है, एंड चिट्टा इज व्हाट। देखो मैं ਕੱਲ ਦਿਸ ਇਜ਼ ਦ ਨਿਊਜ਼ ਕਿ ਕੱਲ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਇੱਕ ਡਰਗ ਦੇ ਬਾਰੇ, ਉਹ ਡਰਗ ਸੀ ਕੈਨਾਬਿਸ। ਓਕੇ ਫਰੈਂਡਸ, ਮੈਰੀਜੋਨਾ ਦੇ ਬਾਰੇ ਵੀ ਗੱਲ ਕੀਤੀ ਸੀ, ਉਸ ਦੀ ਡਿਟੇਲ 'ਚ ਤੁਹਾਨੂੰ ਐਕਸਪਲੇਨੇਸ਼ਨ ਦਿੱਤੀ ਸੀ। ਉਸ ਚੀਜ਼ ਲਈ ਤੁਸੀਂ ਮੇਰੀ ਕੱਲ ਦੀ ਵੀਡੀਓਜ਼ ਨੂੰ ਸੁਣੋ। ਹੁਣ ਇਸ ਦੇ ਵਿੱਚ ਦੇਖੋ, ਚਿੱਟਾ ਅਸੀਂ ਹੀਰੋਇਨ ਨੂੰ ਬੋਲਦੇ ਹਾਂ, ਕੈਨਾਬਿਸ ਚਰਸ ਹੈ ਔਰ ਇਸ ਦੀ ਡਿਟੇਲ ਮੈਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਆਲਰੇਡੀ ਐਕਸਪਲੇਨ ਕਰ ਚੁੱਕੀ ਹਾਂ। ਫॉर दैट ਯੂ ਸ਼ੁੱਡ ਲਿਸਨ ਟੂ दैट ਵੀਡੀਓ। ਇਹ ਬਸ ਇੰਨੀ ਕੁ ਚੀਜ਼ ਹੈ ਕਿ these are just few drugs ਔਰ ਕੁਝ ਡਰੱਗਸ ਨੂੰ ਸਾਡੀ ਸੈਂਟਰ ਸਟੇਟ ਜੋ ਹੈ ਉਹਨੂੰ ਲੀਗਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕੱਲ ਵੀ ਹਿਮਾਚਲ ਪ੍ਰਦੇਸ਼ ਦੇ ਕਾਲਮ ਦੇ ਵਿੱਚ ਇਹ ਨਿਊਜ਼ ਸੀ ਕਿ ਉਹਨਾਂ ਨੇ ਕੈਨਾਬਿਸ ਨੂੰ ਜੋ ਹੈ ਉਹਨਾਂ ਦੀ रेगुलेट करना है, उसकी ग्रोइंग नु रेगुलेट करना है। दैट वाज द न्यूज़ येस्टरडे। सो नेक्स्ट कॉलम जम्मू एंड कश्मीर ते दिस इज अ वेरी इंपॉर्टेंट न्यूज़। जम्मू एंड कश्मीर फर्स्ट
state in country, sorry, it's a UT now, first in country to give free health insurance to residents. ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਐਂਡ ਕਸ਼ਮੀਰ ਗਏ ਨੇ ਤੇ ਉਹਨਾਂ ਨੇ ਇੱਕ ਨਿਊ ਸਕੀਮ ਲਾਂਚ ਕੀਤੀ ਹੈ ਉੱਥੇ ਸਿਹਤ ਐਕਚੁਅਲੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਹੀ ਕਿਹਾ ਜਾਂਦਾ ਹੈ, ਬਟ ਇਹ ਸਟੇਟ ਸਪੈਸੀਫਿਕ ਸਕੀਮ ਹੋ ਗਈ ਹੈ। ਹੁਣ ਤੁਹਾਨੂੰ ਇਸ ਸਕੀਮ ਦੇ ਨਾਲ ਸਿਹਤ ਸਕੀਮ ਦੇ ਨਾਲ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਵੀ ਡਿਟੇਲਿੰਗ ਦਾ ਪੂਰਾ ਪ੍ਰੋਪਰਲੀ ਪਤਾ ਹੋਣਾ ਚਾਹੀਦਾ। ਮੈਂ ਤੁਹਾਨੂੰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਕੱਲ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਸੀ, ਉਸਦੇ ਸਾਰੇ ਕੀ ਪੁਆਇੰਟਸ ਐਕਸਪਲੇਨ ਕੀਤੇ ਸੀ। ਹੁਣ ਅਸੀਂ ਜੇਕਰ ਸਿਹਤ ਦੀ ਗੱਲ ਕਰੀਏ, ਸਿਹਤ ਸਕੀਮ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਦੇਖੋ ਤੁਸੀਂ ਕੀ ਨੋਟ ਕਰਨਾ ਹੈ ਕਿ ਇਹ ਜੰਮੂ ਐਂਡ ਕਸ਼ਮੀਰ ਜੋ ਹੈ ਫਸਟ ਕੰਟਰੀ ਦੇ ਵਿੱਚ ਫਸਟ ਬਣ ਗਿਆ ਹੈ ਜੋ ਫ੍ਰੀ ਹੈਲਥ ਇੰਸ਼ੋਰੈਂਸ ਦੇ ਰਿਹਾ ਆਪਣੇ ਸਾਰੇ ਰੈਜ਼ੀਡੈਂਟਸ ਨੂੰ। ਕਵਰ ਕਰੇਗੀ ਇਹ ਸਕੀਮ 21 ਲੱਖ ਫੈਮਲੀਜ਼ ਨੂੰ। ਇਹ ਯੂਨੀਵਰਸਲ ਹੈਲਥ ਕਵਰੇਜ ਸਕੀਮ ਹੈ, ਇਹ ਗਵਰਨਮੈਂਟ ਇੰਪਲੋਇਜ਼ ਲਈ ਵੀ ਹੈ। ਦਿਸ ਇਜ਼ ਅ ਵੈਰੀ ਕੀ ਪੁਆਇੰਟ। ਕਦੀ ਸਿਰਫ ਇਹ ਮਾਰਜਨਲ ਔਰ ਵੀਕਰ ਸੈਕਸ਼ਨ ਲਈ ਹੀ ਇਹੋ ਜਿਹੀਆਂ ਸਕੀਮਸ ਹੁੰਦੀਆਂ, ਬਟ ਜੰਮੂ ਐਂਡ ਕਸ਼ਮੀਰ ਦੀ ਸਕੀਮ ਗਵਰਨਮੈਂਟ ਇੰਪਲੋਇਜ਼ ਲਈ ਵੀ ਹੈ। ਇਹਨੇ 5 ਲੱਖ ਪਰ ਫੈਮਲੀ ਇੰਸ਼ੋਰੈਂਸ ਦੇਣੀ ਹੈ ਐਂਡ ਇਸ ਨੂੰ PM ਜਨ ਆਰੋਗਯ ਯੋਜਨਾ ਦੀ ਐਕਸਟੈਂਸ਼ਨ ਬੋਲਿਆ ਜਾਂਦਾ ਹੈ ਔਰ ਇਟ ਵਿਲ ਬੀ ਪੋਰਟੇਬਲ ਅਕ੍ਰੋਸ ਦ ਕੰਟਰੀ। ਮਤਲਬ ਕਿ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਰੈਜ਼ੀਡੈਂਟਸ ਹੈ ਉਹ ਇਸ ਸਕੀਮ ਦੀ ਹੈਲਪ ਦੇ ਨਾਲ ਉਹ ਦੇਸ਼ 'ਚ ਕਿਸੇ ਵੀ ਹਸਪਤਾਲ ਦੇ ਵਿੱਚ, ਚਾਹੇ ਉਹ ਪ੍ਰਾਈਵੇਟ ਹੋਏ ਜਾਂ ਫਿਰ ਉਹ ਪਬਲਿਕ ਹੋਏ, ਉਸ ਦੇ ਵਿੱਚ ਆਪਣੀ ਇਲਾਜ ਕਰਵਾ ਸਕਦੇ ਹਨ ਅੰਡਰ ਦਿਸ ਸਕੀਮ। ਠੀਕ ਹੈ, ਜੇ ਉਹ ਹਸਪੀਟਲਸ ਰਜਿਸਟਰਡ ਹਨ ਅੰਡਰ ਦਿਸ ਸਕੀਮ। ਹੁਣ ਤੁਹਾਨੂੰ ਮੈਂ ਕੱਲ ਇਹ ਗੱਲ ਦੱਸੀ ਸੀ ਕਿ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਜੋ ਹੈ ਉਹ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਨਗੇ, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ, ਕੀ ਉਹ ਤਿੰਨੋਂ ਪ੍ਰੋਵਾਈਡ ਕਰਨਗੇ। ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ ਹੈ ਕਿ ਮੈਂ ਕੱਲ ਐਕਸਪਲੇਨੇਸ਼ਨ ਦੇ ਵਿੱਚ ਕਿਸ ਪਾਰਟ ਦੀ ਗੱਲ ਕੀਤੀ ਸੀ ਤੇ ਕਿਸ ਚੀਜ਼ ਤੇ ਸਟ੍ਰੈਸ ਦਿੱਤੀ ਸੀ। ਟੈਲ ਮੀ ਔਨ ਇਨ ਮਾਈ ਕਮੈਂਟ ਸੈਕਸ਼ਨ ਦਿਸ ਥਿੰਗ। ਓਕੇ ਫਰੈਂਡਸ, ਸੋ ਹੋਰ ਇਸ ਨਿਊਜ਼ਪੇਪਰ ਦੇ ਇਸ ਕਾਲਮ 'ਚ ਹੋਰ ਇਸ ਸੱਚ ਇੰਪੋਰਟੈਂਟ ਕੁਛ ਨਹੀਂ ਹੈ। ਸੋ ਲੈਟਸ ਮੂਵ ਫਾਰਵਰਡ ਸੌਰੀ। ਸੋ ਐਂਡ ਦੇ ਵਿੱਚ ਦੇਖੋ ਇਸ ਨਿਊਜ਼ ਦੇ ਵਿੱਚ ਤੁਸੀਂ ਸਿਰਫ ਥੋੜੇ ਜਿਹੇ ਲੀਡਰਸ ਦੇ ਨਾਮ ਯਾਦ ਰੱਖਣੇ ਹਨ ਕਿ ਕਿਸ ਪਾਰਟੀ ਨੂੰ ਕਿਸ ਲੀਡਰ ਰਿਲੇਟ ਕਰਦਾ ਹੈ। ਜਿਵੇਂ ਹੁਣ ਚਾਈਨਾ ਜੋ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਨਿਊਜ਼ ਦੇ ਵਿੱਚ ਨੇਪਾਲ ਦਾ ਕ੍ਰਾਈਸਿਸ ਚੱਲ ਰਿਹਾ ਹੈ। ਉਹ ਕ੍ਰਾਈਸਿਸ ਉਹਨਾਂ ਦਾ ਪਾਰਲੀਮੈਂਟਰੀ ਕ੍ਰਾਈਸਿਸ ਹੈ ਕਿ ਕਿਵੇਂ ਉਹਨਾਂ ਦਾ ਜੋ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਆਪਣੀ ਪਾਰਟੀ ਨੂੰ ਉਹਨਾਂ ਦੀ ਆਪਣੀ ਜੋ ਪਾਰਲੀਮੈਂਟ ਸੀ ਉਹਨੂੰ ਖਤਮ ਕਰਤਾ, ਡਿਜ਼ੋਲਵ ਕਰਤਾ KP ਸ਼ਰਮਾ ਓਲੀ ਨੇ। ਠੀਕ ਹੈ, ਤੇ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ KP ਸ਼ਰਮਾ ਓਲੀ ਦੀ ਕਿਹੜੀ ਪਾਰਟੀ ਸੀ। ਔਰ ਕੱਲ ਦੀ ਨਿਊਜ਼ ਪੇਪਰ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਚਾਈਨਾ ਦੇ ਕੁਝ ਮਿਨਿਸਟਰਸ ਨੇਪਾਲ ਦੇ ਕੁਝ ਮਿਨਿਸਟਰਸ ਨੂੰ ਆ ਕੇ ਮਿਲੇ ਸੀ। ਤੁਸੀਂ ਉਹ ਮਿਨਿਸਟਰ ਦਾ ਨਾਮ ਵੀ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ। ਔਰ ਉਹ ਮਿਨਿਸਟਰ, ਮੈਂ ਕੱਲ ਬਹੁਤ ਸਟ੍ਰੈਸ ਪਾਇਆ ਸੀ ਕਿ ਉਹ ਮਿਨਿਸਟਰ ਕਿਸ ਪਾਰਟੀ ਨੂੰ ਰਿਲੇਟ ਕਰਦਾ, ਉਸ ਦਾ ਵੀ ਨਾਮ ਤੁਸੀਂ ਉੱਥੇ ਦੱਸਿਓ। ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਬਿਕੋਜ਼ ਡਾਇਰੈਕਟ ਕੁਐਸਚਨ ਆਉਣ ਦੇ ਬਹੁਤ ਚਾਂਸਸ ਹੁੰਦੇ ਆ ਫਰੈਂਡਸ। ਇਸ ਕਰਕੇ ਚਲੋ ਹੁਣ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਐਜ਼ ਸੱਚ ਹੋਰ ਕੁਝ ਇੰਪੋਰਟੈਂਟ ਨਹੀਂ ਹੈ, ਪਰ ਮੈਂ ਤੁਹਾਨੂੰ ਕੁਝ ਹੋਰ ਆਪਣੀ ਨੋਟਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਜਿਵੇਂ ਦੇਖੋ ਇਸ ਆਰਟੀਕਲ ਦੇ ਵਿੱਚ ਸੀ ਕਿ ਨੈਸ਼ਨਲ ਕਾਨਫਰੰਸ ਲੀਡਰ ਪਾਰਟੀ ਦਾ ਜੋ ਲੀਡਰ ਹੈ ਉਮਾਰ ਅਬਦੁੱਲਾ ਹੈ ਔਰ ਆਪਣੀ ਪਾਰਟੀ, ਇਸ ਦੇ ਵਿੱਚ ਇੱਕ ਆਪਣੀ ਪਾਰਟੀ ਦੀ ਗੱਲ ਕੀਤੀ ਗਈ ਹੈ, ਨਵੀਂ ਪਾਰਟੀ ਬਣੀ ਹੈ ਅਲਤਾਫ ਬੁਖਾਰੀ ਉਹਨਾਂ ਦੇ ਲੀਡਰ ਨੇ। ਠੀਕ ਹੈ, ਐਂਡ ਕੁਝ 3 ਬੁੱਕਸ ਜੋ ਨਿਊਜ਼ਪੇਪਰ ਦੇ ਵਿੱਚ ਹੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਿਕੋਜ਼ ਤੁਹਾਨੂੰ ਪਤਾ ਹੈ ਕਿ ਕਦੀ ਸਿੱਧੇ ਬੁੱਕਸ ਤੇ ਕੁਐਸਚਨ ਵੀ ਆ ਜਾਂਦੇ ਨੇ। ਦ ਬੈਟਲ ਆਫ ਬਿਲੋਂਗਿੰਗ ਇਹ ਸ਼ਸ਼ੀ ਥਰੂਰ ਜੀ ਦੀ ਬੁੱਕ ਹੈ। ਅ ਪ੍ਰੋਮਿਸਡ ਲੈਂਡ ਇਹ ਬਰਾਕ ਓਬਾਮਾ ਜੀ ਦੀ ਬੁੱਕ ਹੈ। ਆਜ਼ਾਦੀ, ਫਰੀडम, ਫੈਸਿਜ਼ਮ ਇਹ ਅਰੁੰਧਤੀ ਰॉय ਦੀ ਬੁੱਕ ਹੈ। ਠੀਕ ਹੈ ਫਰੈਂਡਸ, ਇਹ ਬੁੱਕਸ ਦਾ ਵੀ ਨਾਮ ਇਵੇਂ ਵੀ ਤੁਹਾਨੂੰ ਕਿਤੇ ਵੀ ਕੋਈ ਵੀ ਰੀਸੈਂਟ ਪਬਲੀਕੇਸ਼ਨ ਲਾਂਚ ਹੋਈ ਤੁਹਾਨੂੰ ਕਿਤੋਂ ਪਤਾ ਚੱਲਦੀ ਹੈ ਤੇ ਤੁਹਾਨੂੰ ਇਹ ਚੀਜ਼ਾਂ ਦਾ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਤੇ ਇਸ ਤਰੀਕੇ ਦੇ ਨਾਲ ਦੇਖੋ ਅਸੀਂ ਅੱਜ ਵੀ ਆਪਣਾ ਨਿਊਜ਼ਪੇਪਰ ਫਟਾਫਟ ਵਿਦਿਨ 20 ਮਿੰਟਸ ਦੀ ਗੇਮ ਹੁੰਦੀ ਹੈ, ਅਸੀਂ ਆਪਣੇ ਨਿਊਜ਼ਪੇਪਰ ਨੂੰ ਵਧੀਆ ਤਰੀਕੇ ਨਾਲ ਕਵਰ ਕਰ ਲਿਆ। ਮੈਂ ਤੁਹਾਨੂੰ ਕੁਝ ਚੀਜ਼ਾਂ ਕਹੀਆਂ ਨੇ ਕਿ ਤੁਸੀਂ ਪੁਰਾਣੀ ਵੀਡੀਓ ਤੋਂ ਉਹਨਾਂ ਨੂੰ ਰੀਡ ਕਰੋ ਜਾਂ ਉਹਨੂੰ ਵੀਡੀਓ ਤੋਂ ਸਮਝੋ ਔਰ ਮੈਨੂੰ ਕਮੈਂਟ ਸੈਕਸ਼ਨ 'ਚ ਉਹ ਚੀਜ਼ਾਂ ਦੇ ਆਨਸਰ ਜ਼ਰੂਰ ਦੇਣਾ। ਜੇ ਤੁਹਾਨੂੰ ਮੇਰਾ ਇਨੀਸ਼ੀਏਟਿਵ ਪਸੰਦ ਆ ਰਿਹਾ ਔਰ ਤੁਸੀਂ ਕੋਈ ਇੰਪਰੂਵਮੈਂਟ ਦੀ ਐਕਸਪੈਕਟੇਸ਼ਨ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਇੰਗਲਿਸ਼ ਵਿੱਚ ਵੀ ਬਣਾਵਾਂ ਤੇ ਤੁਸੀਂ ਪਲੀਜ਼ ਕਮੈਂਟ ਸੈਕਸ਼ਨ 'ਚ ਮੈਨੂੰ ਦੱਸੋ। ਕੋਈ ਡਾਊਟ ਹੈ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ। ਮੇਰੇ ਇਨੀਸ਼ੀਏਟਿਵ ਨੂੰ ਪਲੀਜ਼ ਸਪੋਰਟ ਕਰੋ, ਇਸ ਨੂੰ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਫਰੈਂਡਸ, ਥੈਂਕ ਯੂ ਵੈਰੀ ਮਚ।